ਸਤਿ ਸ਼੍ਰੀ ਅਕਾਲ ਲੋਕਰਾਣ ਤੇ ਤੁਹਾਡਾ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ, ਮੇਰੇ ਨਾਲ ਨੇ ਸਿਆਸੀ ਮਾਹਿਰ ਡਾਕਟਰ ਭੀਮਿੰਦਰ ਸਿੰਘ। ਸਰ ਤੁਹਾਡਾ ਸਵਾਗਤ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਪੰਗੂ ਸਾਹਿਬ। ਡਾਕਟਰ ਸਾਹਿਬ, ਕਿਵੇਂ ਪਰਿਭਾਸ਼ਿਤ ਕਰੋਗੇ ਕਿਸਾਨੀ ਅੰਦੋਲਨ ਨੂੰ ਪੰਜਾਬ ਦੀ ਸਿਆਸਤ ਦੇ ਵਿੱਚ? ਬੜਾ ਵੱਡਾ ਅੰਦੋਲਨ ਇਹ ਬਣ ਚੁੱਕਿਆ। ਪੰਜਾਬ ਤੋਂ ਚੱਲਿਆ ਸੀ ਅੰਦੋਲਨ, ਪੰਜਾਬ ਦੀਆਂ ਰੇਲਵੇ ਲਾਈਨਾਂ ਤੋਂ ਅੰਦੋਲਨ ਚੱਲਿਆ ਸੀ। ਅੱਜ ਜਿੱਥੇ ਜਿੱਥੇ ਵੀ ਪੰਜਾਬੀ ਵਸਦੇ ਨੇ ਉਸ ਥਾਂ ਦੇ ਉੱਤੇ ਖੇਤੀ ਦਾ ਅੰਦੋਲਨ ਪਹੁੰਚ ਚੁੱਕਿਆ। ਆਪਣੀ ਥਾਂ ਤੇ ਘਟਨਾਵਾਂ ਵਾਪਰੀਆਂ, ਅਲੱਗ-ਅਲੱਗ ਕਿਸਾਨਾਂ ਨੇ ਕੌਲਾਂ ਵੀ ਦਿੱਤੀਆਂ ਤੇ ਬੀਤੇ ਦਿਨੀ ਜੋ ਲਖੀਮਪੁਰ ਦੇ ਵਿੱਚ ਹੋਇਆ, ਉਸ ਤੋਂ ਬਾਅਦ ਜੋ ਸਰਗਰਮੀ ਹੈ ਅੰਦੋਲਨ ਦੇ ਵਿੱਚ ਤੇ ਪੰਜਾਬ ਦੀ ਜੋ ਸਿਆਸੀ ਜਮਾਤ ਹੈ, ਇਸ ਸਿਆਸੀ ਜਮਾਤ ਦਾ ਯੂਪੀ ਦੇ ਲਖੀਮਪੁਰ ਦੇ ਵਿੱਚ ਪਹੁੰਚਣਾ ਤੇ ਉਸ ਤੋਂ ਬਾਅਦ ਜੋ ਕਿਸਾਨੀ ਅੰਦੋਲਨ ਹੈ ਉਸ ਦਾ ਪੰਜਾਬ ਦੀ ਸਿਆਸਤ ਤੇ ਅਸਰ ਕੀ ਹੋਊਗਾ? ਪੰਗੂ ਸਾਹਿਬ ਦੇਖੋ, ਜਦੋਂ ਅਸੀਂ ਪੰਜਾਬ ਦੇ ਇਤਿਹਾਸ ਨੂੰ ਵੇਖਦੇ ਹਾਂ ਤਾਂ ਉਹਦੇ ਵਿੱਚ ਕਿਸਾਨਾਂ ਦੀਆਂ ਜਿਹੜੀਆਂ ਮੂਵਮੈਂਟ ਚੱਲੀਆਂ ਨੇ, ਕਿਸਾਨਾਂ ਦੇ ਸੰਘਰਸ਼ ਚੱਲੇ ਨੇ, ਉਹ ਬਹੁਤ ਹੀ ਵੱਡੇ ਵੱਡੇ ਸੰਘਰਸ਼ ਉਹਨਾਂ ਨੇ ਹੁਣ ਤੱਕ ਲੜੇ ਨੇ। ਆਪਾਂ ਜਦੋਂ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਦੇਖੀਏ, ਅੱਜ ਤੋਂ 550 ਸਾਲ ਪਹਿਲਾਂ, ਤਾਂ ਗੁਰੂ ਨਾਨਕ ਸਾਹਿਬ ਨੇ ਆ ਕੇ ਇੱਥੇ ਇੱਕ ਵੱਡਾ ਅੰਦੋਲਨ ਸ਼ੁਰੂ ਕੀਤਾ ਔਰ ਉਸ ਅੰਦੋਲਨ ਦੇ ਵਿੱਚੋਂ ਸਿੱਖ ਇਨਕਲਾਬ ਹੋਂਦ ਚ ਆਇਆ। ਔਰ ਲਗਾਤਾਰ 250 ਸਾਲਾਂ ਦਾ ਇਤਿਹਾਸ ਸਾਡੇ ਪੰਜਾਬ ਦਾ ਗਵਾਹ ਹੈ ਇਸ ਗੱਲ ਦਾ ਕਿ ਪੰਜਾਬੀਆਂ ਨੇ ਕਦੇ ਵੀ ਜਿਹੜੀ ਹੈਗੀ ਹੈ ਈਣ ਨਹੀਂ ਮੰਨੀ ਔਰ ਸੱਚ ਦੀ ਖਾਤਰ, ਸੱਚ ਤੇ ਪਹਿਰਾ ਦਿੰਦੇ ਹੋਏ ਪੰਜਾਬ ਦੀ ਕਿਸਾਨੀ ਹਮੇਸ਼ਾ ਲੜੀ ਹੈ ਔਰ ਅੜੀ ਹੈ। ਸੋ ਇਸ ਕਰਕੇ ਜਦੋਂ ਅਸੀਂ ਉਸ ਤੋਂ ਬਾਅਦ ਦਾ ਸਮਾਂ ਦੇਖਦੇ ਹਾਂ ਤਾਂ ਉਸ ਤੋਂ ਬਾਅਦ ਵੀ ਆਜ਼ਾਦੀ ਦਾ ਦੌਰ ਚੱਲਦਾ ਹੈ ਤਾਂ ਆਜ਼ਾਦੀ ਦੇ ਦੌਰ ਦੇ ਵਿੱਚ ਵੀ ਕਿਸਾਨਾਂ ਦੀਆਂ ਜਿਹੜੀਆਂ ਮੂਵਮੈਂਟਸ ਨੇ, ਬਹੁਤ ਵੱਡੀਆਂ ਮੂਵਮੈਂਟਸ ਪੰਜਾਬ ਦੇ ਵਿੱਚ ਲੜੀਆਂ ਜਾਂਦੀਆਂ ਨੇ। ਚਾਹੇ ਉਹ ਕੂਕਾ ਮੂਵਮੈਂਟ ਦੇਖ ਲਓ ਔਰ ਉਸ ਤੋਂ ਬਾਅਦ ਤੁਸੀਂ ਦੇਖ ਲਓ ਕਿ 1907 ਦੇ ਵਿੱਚ ਬਹੁਤ ਵੱਡੀ ਮੂਵਮੈਂਟ, ਲਗਭਗ 9 ਮਹੀਨੇ ਮੂਵਮੈਂਟ ਲੜੀ ਜਾਂਦੀ ਹੈ, ਜਿਹਨੂੰ ਪਗੜੀ ਸੰਭਾਲ ਜੱਟਾ ਮੂਵਮੈਂਟ ਕਿਹਾ ਜਾਂਦਾ ਹੈ। ਔਰ ਅਜੀਤ ਸਿੰਘ ਜੀ ਦੇ ਰਹਿਨਮਾਈ ਦੇ ਥੱਲੇ ਉਹ ਮੂਵਮੈਂਟ ਲੜੀ ਜਾਂਦੀ ਹੈ ਔਰ ਉਹਦੇ ਨਾਲ ਕੀ ਹੁੰਦਾ ਕਿ ਅੰਗਰੇਜ਼ਾਂ ਨੂੰ ਆਪਣੇ ਉਸ ਵੇਲੇ ਦੇ ਕਾਲੇ ਕਾਨੂੰਨ ਜਿਹੜੇ ਨੇ ਉਹ ਵਾਪਸ ਲੈਣ ਲਈ ਮਜਬੂਰ ਹੋਣਾ ਪੈਂਦਾ ਹੈ। ਸੋ ਉਸ ਤੋਂ ਬਾਅਦ ਜਦੋਂ ਅਸੀਂ ਆਉਂਦੇ ਹਾਂ ਤਾਂ ਗਦਰ ਮੂਵਮੈਂਟ, ਜਿਹੜੀ ਕਿ ਕਿਸਾਨੀ ਦੀ ਮੂਵਮੈਂਟ ਸੀਗੀ, ਸਾਰੇ ਕਿਸਾਨ ਸੀਗੇ ਉਹਦੇ ਵਿੱਚ, ਔਰ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਨਾਂ ਆਪਾਂ ਸਾਰੇ ਜਾਣਦੇ ਹਾਂ। ਸੋ ਉਹਨਾਂ ਨੇ ਗਦਰ ਮੂਵਮੈਂਟ ਦੇ ਵਿੱਚ ਰਹਿ ਕੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ, ਬਹੁਤ ਵੱਡੀਆਂ ਸ਼ਹੀਦੀਆਂ ਉਸ ਮੂਵਮੈਂਟ ਦੇ ਰਾਹੀਂ ਕਿਸਾਨਾਂ ਨੇ ਦਿੱਤੀਆਂ। ਉਸ ਤੋਂ ਬਾਅਦ ਤੁਸੀਂ ਅੱਗੇ ਚਲੇ ਜਾਓ, ਹੋਰ ਬੜੇ ਵੱਡੇ ਮੋਰਚੇ ਗੁਰਦੁਆਰਾ ਸਾਹਿਬ ਦੇ ਜਿਹੜੇ ਨੇ ਉਹਨਾਂ ਨੂੰ ਆਜ਼ਾਦ ਕਰਾਉਣ ਲਈ ਗੁਰਦੁਆਰਾ ਸਾਹਿਬ ਨੂੰ ਬਹੁਤ ਵੱਡੇ ਵੱਡੇ ਮੋਰਚੇ ਲੜੇ ਗਏ। ਇਸੇ ਤਰ੍ਹਾਂ ਬੱਬਰ ਅਕਾਲੀਆਂ ਨੇ ਬਹੁਤ ਵੱਡੇ ਮੋਰਚੇ ਲੜੇ ਔਰ ਸ਼ਹੀਦ ਕਰਤਾਰ ਸਿੰਘ ਸਰਾਭਾ ਤੋਂ ਬਾਅਦ ਸ਼ਹੀਦ ਆਜ਼ਮ ਉਦਮ ਭਗਤ ਸਿੰਘ ਦਾ ਨਾਮ ਆਉਂਦਾ। ਸ਼ਹੀਦ ਉਦਮ ਸਿੰਘ ਦਾ ਸਾਡੇ ਕੋਲੇ ਨਾਮ ਜਿਹੜਾ ਹੈਗਾ ਬਹੁਤ ਵੱਡਾ ਨਾਮ ਅਸੀਂ ਕਹਿ ਸਕਦੇ ਹਾਂ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਨਹੀਂ ਹੈ ਕਿ ਕੱਲੀ ਲਖੀਮਪੁਰ ਵਾਲੀ ਘਟਨਾ ਨੂੰ ਅਸੀਂ ਜਦੋਂ ਸਮਝਣਾ ਤਾਂ ਉਹਦੇ ਪਿੱਛੇ ਇਹ ਸਾਡਾ ਕੁਰਬਾਨੀਆਂ ਦਾ ਇਤਿਹਾਸ ਪਿਆ। ਅਸੀਂ ਜਿਹੜੀ ਹੈਗੀ ਹੈ ਚਰਖੜੀਆਂ ਤੇ ਚੜ੍ਹਨ ਵਾਲੇ ਲੋਕ ਹਾਂ, ਅਸੀਂ ਬੰਦ ਕਟਵਾਉਣ ਵਾਲੇ ਲੋਕ ਹਾਂ, ਅਸੀਂ ਫਾਂਸੀਆਂ ਤੇ ਚੜ੍ਹਨ ਵਾਲੇ ਲੋਕ ਹਾਂ। ਸੋ ਇਸ ਕਰਕੇ ਜੇਕਰ ਸਰਕਾਰਾਂ ਨੂੰ ਇਹ ਲੱਗਦਾ ਹੈ ਕਿ ਕਿਸਾਨਾਂ ਨੂੰ ਉਹ ਏਦਾਂ ਨਪੀੜ ਕੇ, ਏਦਾਂ ਉਹਨਾਂ ਦੇ ਉੱਤੇ ਗੱਡੀਆਂ ਚੜਾ ਕੇ ਉਹ ਕਿਸਾਨਾਂ ਨੂੰ ਦਬਾ ਲੇਗੀ ਸਰਕਾਰ, ਸਮੇਂ ਦੀਆਂ ਸਰਕਾਰਾਂ ਹੁਣ ਤੱਕ ਦਬਾਉਂਦੀਆਂ ਰਹੀਆਂ ਨੇ ਔਰ ਕੋਸ਼ਿਸ਼ ਜ਼ਰੂਰ ਕਰਦੀਆਂ ਰਹੀਆਂ ਨੇ, ਪਰ ਪੰਜਾਬ ਦੀ ਕਿਸਾਨੀ ਨੇ ਕਦੇ ਹਾਰ ਨਹੀਂ ਮੰਨੀ, ਕਦੇ ਈਨ ਨਹੀਂ ਮੰਨੀ। ਸੋ ਇਸ ਕਰਕੇ ਇਹ ਵੀ ਜਿਹੜਾ ਲਖੀਮਪੁਰ ਵਾਲਾ ਯੂਪੀ ਦੇ ਵਿੱਚ ਸੰਘਰਸ਼ ਜਿਹੜਾ ਹੈ ਅੱਜ ਅਸੀਂ ਵੇਖ ਰਹੇ ਹਾਂ ਔਰ ਉਹਦੀ ਭੂਮਿਕਾ, ਉਹਦੇ ਵਿੱਚ ਕਿਸਾਨਾਂ ਦਾ ਜਿਹੜਾ ਰੋਲ ਹੈ, ਖਾਸ ਤੌਰ ਤੇ ਪੰਜਾਬੀਆਂ ਦਾ ਜਿਹੜਾ ਰੋਲ ਹੈ, ਬਹੁਤ ਵੱਡਾ ਰੋਲ ਹੈ। ਔਰ ਇਸ ਰੋਲ ਕਰਕੇ ਤੁਸੀਂ ਦੇਖੋਗੇ ਕਿ ਇਹਦਾ ਅਸਰ ਕਿੱਥੋਂ ਤੱਕ ਜਾਏਗਾ। ਇਹਦਾ ਅਸਰ 24 ਦੀਆਂ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਤੱਕ ਜਾਏਗਾ ਔਰ 22 ਦੀਆਂ ਚੋਣਾਂ ਜਿਹੜੀਆਂ ਨੇ ਅਗਲੇ ਸਾਲ ਹੋਣ ਵਾਲੀਆਂ ਨੇ, ਲਗਭਗ 7 ਸੂਬਿਆਂ ਦੇ ਵਿੱਚ ਇਲੈਕਸ਼ਨਾਂ ਹੋਣੀਆਂ ਨੇ, ਚੋਣਾਂ ਹੋਣੀਆਂ ਨੇ। ਸੋ ਇਹਦਾ ਪ੍ਰਭਾਵ ਤੁਸੀਂ ਦੇਖੋਗੇ ਕਿ ਹਰ ਸਟੇਟ ਦੇ ਵਿੱਚ, ਹਰ ਜਗ੍ਹਾ ਦੇ ਉੱਤੇ ਜਾਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਭੰਗੂ ਸਾਹਿਬ। ਹਾਂ ਬਿਲਕੁਲ ਡਾਕਟਰ ਸਾਹਿਬ, ਬੀਜੇਪੀ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕੀ ਬਣੇ ਹੋਏ। ਜਦੋਂ 5 ਸਤੰਬਰ ਨੂੰ ਜਦੋਂ ਯੂਪੀ ਦੇ ਮੁਜ਼ੱਫਰਨਗਰ ਦੇ ਵਿੱਚ ਕਿੱਡੀ ਵੱਡੀ ਰੈਲੀ ਕੀਤੀ ਗਈ ਸੀ, ਕਿਸਾਨ ਮਹਾਪੰਚਾਇਤ ਕੀਤੀ ਗਈ ਸੀ। ਜੇਕਰ ਆਪਾਂ ਪੰਜਾਬ ਵੱਲ ਆ ਜਾਈਏ, ਪੰਜਾਬ ਦੀ ਸਿਆਸਤਾਂ ਦੇ ਵੱਲ ਆ ਜਾਈਏ, ਕਾਂਗਰਸ ਪਾਰਟੀ ਦਾ ਆਪਣਾ ਝਗੜਾ, ਅਕਾਲੀ ਦਲ ਦੀ ਤਿਆਰੀ ਆਪਣੀ ਹੈ, ਆਮ ਆਦਮੀ ਪਾਰਟੀ ਦਾ ਜੋ ਸਿਆਸੀ ਗ੍ਰਾਫ ਹੈ ਜਾਂ ਕਹਿ ਸਕਦੇ ਹਾਂ ਸਿਆਸੀ ਤੋਰਾ ਫੇਰਾ ਜੋ ਚੰਡੀਗੜ੍ਹ ਦੇ ਗਲਿਆਰਿਆਂ ਦੇ ਵਿੱਚ ਹੋਰ
ਆਸੇ-ਪਾਸੇ ਬੜਾ ਤੇਜ਼ ਹੈ ਉਹ, ਕੁਰਸੀ ਮੰਨਣਾ ਚਾਹੁੰਦੇ ਨੇ ਉਹ ਵੀ ਸੀਐਮ ਦੀ ਪੰਜਾਬ ਦੀ। ਤਾਂ ਇੱਕ ਪਾਸੇ ਫਿਰ ਕਿਸਾਨੀ ਅੰਦੋਲਨ ਚੱਲਦਾ, ਤਾਂ ਲੋਕ ਆਖਰ ਦੇ ਵਿੱਚ ਜਿਵੇਂ ਦੇਖੋ ਕਿਸਾਨ ਆਗੂ ਤਾਂ ਡਾਕਟਰ ਸਾਹਿਬ ਇਹ ਗੱਲ ਕਹਿੰਦੇ ਨੇ ਕਿ ਸਾਡੇ ਨਾਲ ਕਿਸੇ ਨੇ ਘੱਟ ਨਹੀਂ ਗੁਜ਼ਾਰੀ। ਬਲਵੀਰ ਸਿੰਘ ਰਾਜੇਵਾਲ ਕਹਿੰਦੇ ਨੇ ਮੈਂ ਤਾਂ ਚੰਡੀਗੜ੍ਹ ਦੇ ਵਿੱਚ ਸਾਰੇ ਇਕੱਠੇ ਕਰ ਲਏ ਸੀ ਕਿ ਏਦਾਂ-ਏਦਾਂ ਭਾਈ ਹੋਣ ਵਾਲਾ। ਉਹ ਕਹਿੰਦੇ ਪਰ ਸਾਡੇ ਕੋਈ ਨਾਲ ਨਹੀਂ ਚੱਲਿਆ। ਫਿਰ ਹੁਣ ਬਾਈਕਾਟ ਵੀ ਸਾਰੀ ਸਿਆਸਤਾਂ ਦਾ ਪੰਜਾਬ ਦੇ ਵਿੱਚ ਹੋ ਰਿਹਾ ਤੇ ਉੱਪਰ 2022 ਦੀਆਂ ਚੋਣਾਂ ਨੇੜੇ ਨੇ। ਕਿਸਾਨੀ ਅੰਦੋਲਨ ਹਜੇ ਨਿਬੜਨ ਦਾ ਨਾਂ ਨਹੀਂ ਲੈ ਰਿਹਾ। ਕਿਸਾਨੀ ਅੰਦੋਲਨ ਦਾ ਕੰਮ ਅੱਗੇ ਵਧ ਰਿਹਾ। ਚੋਣਾਂ ਪੰਜਾਬ ਦੇ ਵਿੱਚ ਨੇੜੇ ਨੇ। ਤਾਂ ਕੀ ਪੰਜਾਬ ਦੀ ਸਿਆਸਤਾਂ ਦੇ ਪੈਰ ਲੱਗਣਗੇ ਪੰਜਾਬ ਦੇ ਵਿੱਚ? ਭੰਗੂ ਸਾਹਿਬ ਦੇਖੋ, ਜਿੱਥੋਂ ਤੱਕ ਪੰਜਾਬ ਦੀ ਸਿਆਸਤ ਦਾ ਸੰਬੰਧ ਹੈ, ਹੁਣ ਤੱਕ ਜਿੰਨੀਆਂ ਵੀ ਪਾਰਟੀਆਂ ਦਾ ਸੰਬੰਧ ਰਿਹਾ ਹੈ, ਖਾਸ ਤੌਰ ਤੇ ਆਪਾਂ ਦੇਖਦੇ ਹਾਂ ਕਿ 75 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਇਹਦੇ ਵਿੱਚ ਸਭ ਤੋਂ ਵੱਧ ਸਮਾਂ ਜਿਹੜਾ ਰਾਜ ਕੀਤਾ ਹੈ ਜਿਸ ਪਾਰਟੀ ਨੇ, ਉਹ ਕਾਂਗਰਸ ਹੈ। ਉਸ ਤੋਂ ਬਾਅਦ ਅਕਾਲੀ ਦਲ ਔਰ ਬੀਜੇਪੀ ਦੀਆਂ ਸਰਕਾਰਾਂ ਰਹੀਆਂ ਨੇ। ਔਰ ਇਸ ਤਰ੍ਹਾਂ ਤੁਸੀਂ ਦੇਖਦੇ ਆ ਕਿ ਜਿਹੜੀਆਂ ਇਹ ਸਰਕਾਰਾਂ ਰਹੀਆਂ ਨੇ, ਉਹਨਾਂ ਨੇ ਕਿਸਾਨਾਂ ਦੇ ਬਾਰੇ ਬੇਸ਼ੱਕ ਉਹ ਕਹਿੰਦੀਆਂ ਸਾਰੀਆਂ ਨੇ ਕਿ ਅਸੀਂ ਕਿਸਾਨਾਂ ਨੂੰ ਬਹੁਤ ਕੁਝ ਦਿੱਤਾ ਹੈ। ਅਕਾਲੀ ਦਲ ਕਹਿ ਰਿਹਾ ਕਿ ਅਸੀਂ ਕਿਸਾਨਾਂ ਨੂੰ ਬਿਜਲੀ ਮਾਫ ਕਰਵਾਤੀ, ਅਸੀਂ ਕਿਸਾਨਾਂ ਦੀਆਂ ਮੋਟਰਾਂ ਮਾਫ ਕਰਤੀਆਂ। ਸੋ ਕਹਿਣ ਤੋਂ ਭਾਵ ਹੈ ਕਿ ਅਸੀਂ ਉਹਨਾਂ ਨੇ ਲਗਾਤਾਰ ਉਹ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਬਹੁਤ ਕੁਝ ਕੀਤਾ ਕਿਸਾਨਾਂ ਵਾਸਤੇ। ਸੁਖਵਿੰਦਰ ਜੀ ਦੇਖੋ, ਉਸ ਵੇਲੇ ਅਕਾਲੀ ਦਲ ਦੇ ਜਿਹੜੇ ਮੰਤਰੀ ਸੀਗੇ ਬੀਬੀ ਹਰਸਿਮਰਤ ਬਾਦਲ ਜੀ, ਉਹਨਾਂ ਨੇ ਬਕਾਇਦਾ ਤੌਰ ਤੇ ਇਹ 3 ਕਾਲੇ ਕਾਨੂੰਨਾਂ ਨੂੰ ਲਾਗੂ ਕਰਾਉਣ ਦੇ ਲਈ ਜਿਹੜਾ ਹੈਗਾ ਆਪਣਾ ਸਾਈਨ ਵੀ ਕੀਤੇ ਔਰ ਇਹਦੇ ਵਿੱਚ ਵੱਡੀ ਭੂਮਿਕਾ ਵੀ ਨਿਭਾਈ। ਔਰ ਇਕੱਲਾ ਇੱਥੋਂ ਤੱਕ ਸੀਮਿਤ ਨਹੀਂ ਰਹੇ, ਉਹ ਲਗਭਗ ਇਹਨਾਂ ਕਾਲੇ ਕਾਨੂੰਨਾਂ ਦੇ ਬਣਨ ਤੋਂ ਬਾਅਦ ਵੀ ਲਗਭਗ 2-2.5 ਮਹੀਨੇ ਉਹ ਇਹੀ ਕਹਿੰਦੇ ਰਹੇ ਕਿ ਇਹ 3 ਕਾਲੇ ਕਾਨੂੰਨ ਜਿਹੜੇ ਨੇ ਉਹ ਬਹੁਤ ਹੀ ਲਾਭਦਾਇਕ ਨੇ, ਬਹੁਤ ਫਾਇਦੇਮੰਦ ਨੇ ਔਰ ਇਹਦੇ ਨਾਲ ਕਿਸਾਨਾਂ ਦਾ ਜਿਹੜਾ ਹੈਗਾ ਆਮਦਨ ਦੇ ਵਿੱਚ ਬਹੁਤ ਮੁਨਾਫਾ ਉਹਨਾਂ ਨੂੰ ਹੋਏਗਾ। ਸੋ ਨਤੀਜਾ ਕੀ ਨਿਕਲਿਆ? ਹੌਲੀ ਹੌਲੀ ਜਿਹੜਾ ਹੈਗਾ ਇਹਦਾ ਵਿਰੋਧ ਵੱਧਦਾ ਗਿਆ ਔਰ ਇਸ ਵਿਰੋਧ ਦੇ ਕਰਕੇ ਬੀਬੀ ਹਰਸਿਮਰਤ ਬਾਦਲ ਹੋਰਾਂ ਨੇ ਨੂੰ ਲੱਗਿਆ ਕਿ ਕਿਉਂ ਨਾ ਇਹਦਾ ਜਿਹੜਾ ਹੈਗਾ ਵਿਰੋਧ ਦਾ ਫਾਇਦਾ ਉਠਾਇਆ ਜਾਏ ਔਰ ਉਹਨਾਂ ਨੇ ਆਪਣਾ ਅਸਤੀਫਾ ਦਿੱਤਾ ਔਰ ਅਸਤੀਫਾ ਦੇ ਕੇ ਇਹੀ ਕਹਿਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਬੀਜੇਪੀ ਨਾਲੋਂ ਆਪਣਾ 26 ਸਾਲਾਂ ਦਾ ਗੱਠਜੋੜ ਉਹ ਤੋੜਾਂਗੇ। ਔਰ ਨਤੀਜਾ ਕੀ ਨਿਕਲਿਆ? ਉਹਨਾਂ ਨੇ ਕਿਹਾ ਕਿ ਹੁਣ ਅਸੀਂ ਜਿਹੜਾ ਹੈਗਾ ਕੱਲਿਆਂ ਹੀ ਚੋਣਾਂ ਲੜਾਂਗੇ। ਸੋ ਉਸ ਤੋਂ ਬਾਅਦ ਵੀ ਜਿਹੜੀ ਹੈਗੀ ਆ ਸਿਆਸਤ ਭਖਦੀ ਗਈ ਔਰ ਕਾਂਗਰਸ ਦੀਆਂ ਆਪਣੀਆਂ ਦਲੀਲਾਂ ਸੀਗੀਆਂ, ਬੀਜੇਪੀ ਦੀਆਂ ਆਪਣੀਆਂ ਦਲੀਲਾਂ ਨੇ ਔਰ ਅਕਾਲੀ ਦਲ ਦੀਆਂ ਆਪਣੀਆਂ ਦਲੀਲਾਂ ਨੇ, ਆਮ ਆਦਮੀ ਪਾਰਟੀ ਦੀਆਂ ਆਪਣੀਆਂ ਦਲੀਲਾਂ ਦੇ ਰਹੇ ਨੇ। ਉਹ ਕਹਿਣ ਦਾ ਮਤਲਬ ਹੈ ਕਿ ਸਾਰੀਆਂ ਪਾਰਟੀਆਂ ਇਸ ਵੇਲੇ ਕਿਸਾਨਾਂ ਦੇ ਪੱਖਾਂ ਦੀਆਂ ਗੱਲ ਕਰ ਰਹੀਆਂ ਨੇ, ਪਰ ਅੰਦਰ ਖਾਤੇ ਆਪਾਂ ਨੂੰ ਵੀ ਪਤਾ ਹੈ ਕਿ ਇਹਨਾਂ ਦਾ ਰੋਲ ਜਿਹੜਾ ਰਿਹਾ ਉਹ ਕਿਸਾਨੀ ਦੇ ਵਿਰੋਧ ਦੇ ਵਿੱਚ ਰਿਹਾ ਹੈ ਔਰ ਕਿਸਾਨੀ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਰਹੀਆਂ ਨੇ। ਔਰ ਕਿਸਾਨੀ ਦੇ ਉੱਤੇ ਜਿਹੜਾ ਅੱਜ ਕਰਜ਼ਾ ਚੜਿਆ ਹੋਇਆ ਹੈ, ਇਸ ਵੇਲੇ 1 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਕਿਸਾਨੀ ਦੇ ਉੱਤੇ ਔਰ ਉਹਦੇ ਵਿੱਚੋਂ ਲਗਭਗ 5000 ਜਾਂ 6000 ਕਰੋੜ ਰੁਪਏ ਦਾ ਕਰਜ਼ਾ ਉਤਾਰ ਕੇ ਕੈਪਟਨ ਸਾਹਿਬ ਇਹ ਕਹਿ ਰਹੇ ਨੇ ਕਿ ਅਸੀਂ ਸਾਰੇ ਵਾਅਦੇ ਕਿਸਾਨੀ ਦੇ ਪੂਰੇ ਕਰਤੇ। ਸੋ ਮੇਰਾ ਕਹਿਣ ਦਾ ਮਤਲਬ ਇਹੀ ਹੈ ਕਿ ਗੱਲਾਂ ਸਿਆਸਤ ਜਿਹੜੇ ਨੇ ਉੱਤੋਂ ਕੁਝ ਹੋਰ ਕਰ ਰਹੇ ਨੇ, ਅੰਦਰ ਖਾਤੇ ਉਹਨਾਂ ਦੀ ਜਿਹੜੀ ਪੋਲਿਟਿਕਸ ਹੈ ਉਹ ਇਹੀ ਹੈ ਕਿ ਕਿਵੇਂ ਨਾ ਕਿਵੇਂ ਅਸੀਂ ਕਿਸਾਨਾਂ ਨੂੰ ਆਪਣੇ ਪਿੱਛੇ ਲਾ ਕੇ ਉਹਨਾਂ ਤੋਂ 22 ਦੀਆਂ ਚੋਣਾਂ ਜਿਹੜੀ ਹੈਗੀ ਆ ਉਹਨਾਂ ਤੋਂ ਵੋਟਾਂ ਲੈ ਕੇ ਅਸੀਂ ਜਿੱਤ ਜਾਈਏ ਔਰ ਆਪਣੀ ਸੱਤਾ ਜਿਹੜੀ ਹੈਗੀ ਆ, ਸਾਡੀ ਸਰਕਾਰ ਜਿਹੜੀ ਹੈਗੀ ਆ ਉਹ ਆ ਜਾਏ। ਸੋ ਇਹਦੇ ਵਿੱਚ ਹਰ ਪਾਰਟੀ ਜਿਹੜੀ ਹੈਗੀ ਆ ਆਪਣੇ ਦਾਅ ਪੇਚ ਖੇਡ ਰਹੀ ਹੈ, ਆਪਣੇ ਆਪ ਨੂੰ ਕਿਸਾਨਾਂ ਦਾ ਹਮਦਰਦ ਦੇ ਤੌਰ ਤੇ ਪੇਸ਼ ਕਰ ਰਹੀ ਹੈ, ਚਾਹੇ ਉਹ ਕਾਂਗਰਸ ਪਾਰਟੀ ਹੋਵੇ, ਚਾਹੇ ਉਹ ਬੀਜੇਪੀ ਹੋਵੇ, ਚਾਹੇ ਉਹ ਅਕਾਲੀ ਦਲ ਹੋਵੇ, ਚਾਹੇ ਇੱਥੋਂ ਤੱਕ ਕਿ ਆਮ ਆਦਮੀ ਹੋਵੇ, ਚਾਹੇ ਬਸਪਾ ਹੋਵੇ। ਸਾਰੀਆਂ ਪਾਰਟੀਆਂ ਆਪਣੇ ਆਪ ਨੂੰ ਕਿਸਾਨ ਮਜ਼ਦੂਰਾਂ ਦੀਆਂ ਹਮਾਇਤੀ ਕਹਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਔਰ ਦੱਸਣ ਦੀ ਕੋਸ਼ਿਸ਼ ਕਰ ਰਹੀਆਂ ਨੇ ਕਿ ਅਸੀਂ ਜਿਹੜੇ ਹੈਗੇ ਆ ਸਭ ਤੋਂ ਵੱਧ ਚੜ ਕੇ ਜਿਹੜੇ ਹੈ ਸੀ ਕਿਸਾਨਾਂ ਦੇ ਪੱਖੀਆਂ, ਕਿਸਾਨਾਂ ਦੇ ਹਮਦਰਦੀਆਂ। ਪਰ ਆਪਾਂ ਨੇ ਦੇਖਿਆ ਹੈ ਕਿ ਕਿਵੇਂ ਇਹੀ ਸਰਕਾਰਾਂ, ਜਦੋਂ ਇਹਨਾਂ ਦੀਆਂ ਸਰਕਾਰਾਂ ਹੁੰਦੀਆਂ ਨੇ, ਜਦੋਂ ਇਹਨਾਂ ਦੇ ਜਿਹੜੇ ਕੋਲ ਸੱਤਾ ਹੁੰਦੀ ਹੈ, ਤਾਂ ਇਹੀ ਲੋਕ ਜਿਹੜੇ ਨੇ ਤੁਸੀਂ ਦੇਖੋਗੇ ਕਿ ਕਿਸਾਨਾਂ ਦੇ ਵਿਰੋਧ ਦੇ ਵਿੱਚ ਭੁਗਤਦੇ ਰਹੇ ਆ। ਇਸੇ ਕਰਕੇ ਅੱਜ ਪੰਜਾਬ ਦੇ ਕਿਸਾਨ ਜਾਂ ਪੂਰੇ ਭਾਰਤ ਦੇ ਕਿਸਾਨ ਜਿਹੜੇ ਨੇ ਆਪਣੀਆਂ ਸਰਕਾਰਾਂ ਤੋਂ, ਆਪਣੀਆਂ ਰਾਜਨੀਤਿਕ ਪਾਰਟੀਆਂ ਤੋਂ ਵੱਡੇ ਸਵਾਲ ਉਹ ਪੁੱਛ ਰਹੇ ਨੇ ਕਿ ਭਾਈ ਤੁਸੀਂ ਦੱਸੋ ਕਿ ਤੁਸੀਂ ਕਿਸਾਨਾਂ ਲਈ ਕੀਤਾ ਕੀ ਹੈ। ਤੁਸੀਂ ਜਦੋਂ ਸਾਡਾ ਕਿਸਾਨ ਅੱਜ ਲਗਭਗ ਪਿਛਲੇ 25 ਸਾਲਾਂ ਤੋਂ ਲਗਭਗ 3 ਲੱਖ ਕਿਸਾਨ ਭਾਰਤ ਦਾ ਜਿਹੜਾ ਹੈਗਾ ਖੁਦਕੁਸ਼ੀਆਂ ਕਰ ਚੁੱਕਿਆ ਹੈ। ਸੋ ਇਹਨਾਂ ਖੁਦਕੁਸ਼ੀਆਂ ਪਿੱਛੇ ਕਾਰਨ ਕੀ ਨੇ? ਉਹ ਕਾਰਨ ਨਾ ਤਾਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,
ਨਾ ਉਹਨਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਵੀ ਤੁਸੀਂ ਦੇਖਿਆ ਹੋਵੇਗਾ ਕਿ ਸਾਡੇ ਮਾਲਵੇ ਦੇ ਵਿੱਚ ਜਿਹੜਾ ਹੈਗਾ ਕਪਾਹ ਔਰ ਨਰਮੇ ਦੀ ਜਿਹੜੀ ਪੱਟੀ ਹੈ, ਮਾਲਵਾ ਪੱਟੀ, ਉੱਥੇ ਗੁਲਾਬੀ ਸੁੰਡੀ ਦਾ ਹਮਲਾ ਹੋਣ ਕਰਕੇ ਸਾਡਾ ਕਿਸਾਨ ਜਿਹੜਾ ਹੈਗਾ ਹੋਰ ਕਰਜ਼ਈ ਹੋ ਗਿਆ। ਔਰ ਮਾਲਵੇ ਦੇ ਵਿੱਚ ਉਹੀ ਕਿਸਾਨ ਵਿਚਾਰੇ ਜਿਹੜੇ ਨੇ ਉਹ ਅੱਜ ਖੁਦਕੁਸ਼ੀਆਂ ਕਰਨ ਲਈ ਮਜਬੂਰ ਨੇ। ਸੋ ਇੱਕ ਪਾਸੇ ਸਰਕਾਰਾਂ ਕਹਿ ਰਹੀਆਂ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ, ਪਰ ਕਿਸਾਨਾਂ ਦੀਆਂ ਸਮੱਸਿਆਵਾਂ ਲਗਾਤਾਰ ਵੱਧ ਰਹੀਆਂ ਨੇ ਔਰ ਕਿਸਾਨਾਂ ਦੀ ਕੁਝ ਵੀ ਜਿਹੜੀ ਹੈਗੀ ਹੈ ਕੋਈ ਸੁਣਵਾਈ ਨਹੀਂ ਹੋ ਰਹੀ। ਬੇਸ਼ੱਕ ਚੰਨੀ ਸਾਹਿਬ ਉੱਥੇ ਜਾ ਕੇ ਆਏ ਨੇ ਮਾਲਵੇ ਦੇ ਵਿੱਚ, ਬਠਿੰਡਾ ਏਰੀਆ ਦੇ ਵਿੱਚ ਜਾ ਕੇ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਮੁਆਵਜ਼ਾ ਦੇਵਾਂਗੇ, ਪਰ ਅਜੇ ਤੱਕ ਉਹ ਮੁਆਵਜ਼ਾ ਮਿਲਦਾ ਦਿਖਾਈ ਨਹੀਂ ਦੇ ਰਿਹਾ। ਕਿੰਨਾ ਕੁ ਮੁਆਵਜ਼ਾ ਮਿਲੇਗਾ ਆਪਾਂ ਨੂੰ ਵੀ ਪਤਾ ਹੈ ਕਿ ਪਿਛਲੇ ਦਿਨਾਂ ਦੇ ਦੌਰਾਨ ਇਹਨਾਂ ਕਿਸਾਨਾਂ ਨੂੰ ਕੋਈ ਬਹੁਤਾ ਮੁਆਵਜ਼ਾ ਨਹੀਂ ਮਿਲਦਾ, ਸਗੋਂ ਪੱਲਿਓਂ ਪਾ ਕੇ ਜਿਹੜਾ ਹੈਗਾ ਫਸਲਾਂ ਬੀਜਣੀਆਂ ਪਈਆਂ ਨੇ, ਫਸਲਾਂ ਨੂੰ ਉਹਨਾਂ ਨੂੰ ਵਾਹੁਣੀਆਂ ਪਈਆਂ ਨੇ। ਸੋ ਇਹਦਾ ਨਤੀਜਾ ਕੀ ਨਿਕਲਿਆ ਕਿ ਕਿਸਾਨੀ ਦੇ ਉੱਤੇ ਹੋਰ ਕਰਜ਼ਾ ਚੜਿਆ ਹੈ ਔਰ ਕਿਸਾਨੀ ਦੀਆਂ ਖੁਦਕੁਸ਼ੀਆਂ ਦਾ ਜੋ ਤਦਾਦ ਹੈ ਔਰ ਹੋਰ ਵਧਿਆ ਹੈ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਇਸ ਵੇਲੇ ਕਿਸਾਨ ਜਿਹੜੇ ਨੇ ਉਹ ਇਹਨਾਂ ਵੱਖ-ਵੱਖ ਪਾਰਟੀਆਂ ਤੋਂ ਬਹੁਤ ਵੱਡੇ ਸਵਾਲ ਇਸੇ ਲਈ ਪੁੱਛ ਰਹੇ ਨੇ ਪੰਗੂ ਸਾਹਿਬ। ਡਾਕਟਰ ਸਾਹਿਬ, ਸਿਆਸਤਾਂ ਦੀ ਤਾਂ ਮਜਬੂਰੀ ਬਣ ਗਈ ਨਾ ਅੰਨਦਾਤੇ ਨਾਲ ਖੜਨ ਦੇ ਲਈ। ਉਹਨਾਂ ਨੂੰ ਪਤਾ ਵੀ ਹੁਣ ਕਿਸਾਨਾਂ ਦਾ ਏਕਾ ਹੋ ਚੁੱਕਿਆ, ਪੰਜਾਬ ਦੇ ਲੋਕਾਂ ਦਾ ਹੁਣ ਏਕਾ ਹੋ ਚੁੱਕਿਆ। ਜੇ ਅਸੀਂ ਅੱਜ ਵੀ ਮੂੰਹ ਮੋੜ ਲਿਆ ਪੰਜਾਬ ਦੇ ਲੋਕਾਂ ਤੋਂ, ਤਾਂ ਸਾਨੂੰ ਪਿੰਡਾਂ 'ਚ ਨਹੀਂ ਵੜਨ ਦੇਣਗੇ। ਰਾਤਾਂ ਸਿਆਸਤਾਂ ਨੂੰ ਪਹਿਲਾਂ ਨਹੀਂ ਲੱਭਦਾ। ਹੁਣ ਤਾਂ 2000 ਦੀਆਂ ਚੋਣਾਂ ਦੇ 22 ਦੀਆਂ ਤਾਂ ਐਂ ਲੱਗਦਾ ਕਿ ਕਾਗਜ਼ ਵੀ ਨਹੀਂ ਭਰਨ ਦੇਣੇ ਲੋਕਾਂ ਨੇ ਇਹਨਾਂ ਨੂੰ। ਨਵਜੋਤ ਸਿੰਘ ਸਿੱਧੂ ਦਾ ਤੁਸੀਂ ਦੇਖਿਆ ਹੋਊਗਾ ਕਿ 2 ਦਿਨ ਪਹਿਲਾਂ ਵਿਰੋਧ ਹੋ ਕੇ ਹਟਿਆ ਜਦੋਂ ਲਖੀਮਪੁਰ ਜਾਣਾ ਸੀ। ਪਟਿਆਲੇ 'ਚੋਂ ਨਿਕਲੇ, ਪਟਿਆਲੇ ਦੇ ਕਿਸਾਨਾਂ ਨੇ ਘੇਰ ਲਏ। ਆਖਰ ਦੇ ਵਿੱਚ ਫਿਰ ਲੋਕਾਂ ਕੋਲ ਵਿਕਲਪ ਕੀ ਬਚਦਾ? ਜਦੋਂ ਕਿਸਾਨਾਂ ਨੇ ਤਾਂ ਇੱਕ ਤਰਫ ਦਾ ਬਾਈਕਾਟ ਕਰਤਾ ਸਿਆਸਤਾਂ ਦਾ, ਉਹ ਕਹਿੰਦੇ ਸਾਡੇ ਭਲੇ ਦੇ ਲਈ, ਸਾਡੇ ਹਿੱਤ ਦੇ ਵਿੱਚ ਕੋਈ ਨਹੀਂ। ਤਾਂ ਫਿਰ ਕਿਸਾਨਾਂ ਕੋਲੇ ਕੀ ਵਿਕਲਪ ਬਚਦਾ? ਸੌਰੀ ਤਾਂ ਫਿਰ ਲੋਕਾਂ ਕੋਲੇ ਡਾਕਟਰ ਸਾਹਿਬ ਕੀ ਵਿਕਲਪ ਬਚਦਾ? ਕਿਹੜਾ ਰਾਹ ਬਚਦਾ? ਬਦਲ ਕਿਹੜਾ? ਆਖਰ ਨੂੰ ਚੋਣਾਂ ਤਾਂ 22 ਦੇ ਵਿੱਚ ਹੋਣਗੀਆਂ। ਜੇਕਰ ਕਿਸਾਨਾਂ ਨੂੰ ਇਹ ਮਨਜ਼ੂਰ ਨਹੀਂ ਤਾਂ ਫਿਰ ਜੋ ਸਥਿਤੀ ਹੋਊਗੀ 2022 ਦੀ, ਉਹ ਸਥਿਤੀ ਕਿਵੇਂ ਨਜਿੱਠੀ ਜਾਊਗੀ? ਪੰਗੂ ਸਾਹਿਬ ਦੇਖੋ, ਇਸ ਵੇਲੇ ਕਿਸਾਨਾਂ ਕੋਲੇ ਜਾਂ ਤਾਂ ਦੋ ਤਰੀਕੇ ਨੇ, ਜਾਂ ਤਾਂ ਉਹ ਆਪਣੀਆਂ ਪਾਰਟੀਆਂ ਬਣਾ ਕੇ ਅੱਗੇ ਆਉਣ, ਜਿਵੇਂ ਚੜੂਨੀ ਸਾਹਿਬ ਕਹਿ ਰਹੇ ਨੇ ਕਿ ਆਪਣੀਆਂ ਪਾਰਟੀਆਂ ਬਣਾਓ ਔਰ ਅੱਗੇ ਆਓ। ਪਰ ਹੁਣ ਕਿਉਂਕਿ ਜਿੰਨੀ ਦੇਰ ਇਹ 3 ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਔਰ ਇੱਕ ਨਵਾਂ ਕਾਨੂੰਨ MSP ਵਾਲਾ ਨਹੀਂ ਬਣਦਾ, ਉਨੀ ਦੇਰ ਇਹ ਕਾਫੀ ਔਖਾ ਕੰਮ ਹੈ। ਕਿਉਂਕਿ ਇੱਕਦਮ ਪਾਰਟੀ ਬਣਨੀ ਔਰ ਪਾਰਟੀ ਦੇ ਲਈ ਤੁਹਾਨੂੰ ਨੁਮਾਇੰਦੇ ਖੜੇ ਕਰਨੇ, ਉਮੀਦਵਾਰ ਚੁਣਨੇ, ਆਪਣਾ ਜਿਹੜਾ ਹੈਗਾ ਗੱਠਜੋੜ ਕਰਨਾ, ਕਿਹਦੇ ਨਾਲ ਕਰਨਾ ਹੈ, ਕਿਹਦੇ ਨਾਲ ਨਹੀਂ ਕਰਨਾ, ਜਾਂ ਇੱਥੋਂ ਤੱਕ ਕਿ ਜਥੇਬੰਦਕ ਢਾਂਚਾ ਡਿਵੈਲਪ ਕਰਨਾ, ਉਹਦੀਆਂ ਬਹੁਤ ਘੱਟ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਪਰ ਆਪਾਂ ਇਹ ਕਹਿ ਸਕਦੇ ਹਾਂ ਕਿ ਹਾਂ, ਜਦੋਂ ਇਹ 3 ਕਾਲੇ ਕਾਨੂੰਨ ਵਾਪਸ ਹੋ ਜਾਂਦੇ ਨੇ ਔਰ ਨਵਾਂ ਕਾਨੂੰਨ MSP ਦਾ ਬਣ ਜਾਂਦਾ ਹੈ, ਉਦੋਂ ਜ਼ਰੂਰ ਜਿਹੜਾ ਹੈਗਾ ਇਦਾਂ ਦੀ ਕਾਰਵਾਈ ਕੀਤੀ ਜਾ ਸਕਦੀ ਹੈ ਔਰ ਆਪਣੇ ਨੁਮਾਇੰਦੇ ਕਿਸਾਨੀ ਚੋਂ ਖੜੇ ਕਰਕੇ, ਮਜ਼ਦੂਰਾਂ ਚੋਂ ਖੜੇ ਕਰਕੇ ਉਹ ਜਿਤਾਏ ਜਾ ਸਕਦੇ ਆ। ਪਹਿਲੀ ਗੱਲ ਤਾਂ ਇਹ ਹੈ। ਜੇਕਰ ਇਹ ਨਹੀਂ ਹੁੰਦਾ ਤਾਂ ਲਾਜ਼ਮੀ ਤੌਰ ਤੇ ਪੰਜਾਬ ਦੇ ਲੋਕਾਂ ਨੂੰ ਤੀਜਾ ਫਰੰਟ ਖੜਾ ਕਰਨਾ ਪਏਗਾ ਔਰ ਤੀਜੇ ਫਰੰਟ ਦੇ ਵਿੱਚ ਕੋਈ ਪਾਰਟੀ, ਉਹ ਜਿਹੜੇ ਵੀ ਉਹਨੂੰ ਲੱਗਦਾ ਹੈ ਕਿ ਕਿਸਾਨ ਦੇ ਪੱਖ ਦੇ ਵਿੱਚ ਪਾਰਟੀ ਆ ਸਕਦੀ ਹੈ, ਕਿਸਾਨਾਂ ਦਾ ਫਾਇਦਾ ਉਸ ਪਾਰਟੀ ਦੇ ਆਉਣ ਨਾਲ ਹੋ ਸਕਦਾ ਹੈ। ਜਿਹੜੀਆਂ ਪਾਰਟੀਆਂ ਦਾ ਰਾਜ ਸੱਤਾ ਹੁਣ ਤੱਕ ਨਹੀਂ ਰਹੀ, ਕੋਈ ਨਵੀਂ ਪਾਰਟੀ ਨੂੰ ਵੇਖਿਆ ਜਾ ਸਕਦਾ ਹੈ, ਨਵੇਂ ਲੋਕਾਂ ਨੂੰ ਵੇਖਿਆ ਜਾ ਸਕਦਾ ਹੈ, ਚੰਗੇ ਨੁਮਾਇੰਦਿਆਂ ਨੂੰ ਚੁਣਿਆ ਜਾ ਸਕਦਾ ਹੈ। ਸੋ ਇਸ ਕਰਕੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵੀ ਜਿਹੜੇ ਨੇ ਉਹਨਾਂ ਨੂੰ ਲੱਗੇ ਕਿ ਇਹ ਫਲਾਣੇ ਬੰਦੇ ਕਿਸਾਨਾਂ ਦੇ, ਮਜ਼ਦੂਰਾਂ ਦੇ ਪੱਖ 'ਚ ਖੜ ਸਕਦੇ ਆ, ਉਹਨਾਂ ਦੇ ਪੱਖ 'ਚ ਬੋਲ ਸਕਦੇ ਆ, ਉਹਨਾਂ ਦੇ ਪੱਖ 'ਚ ਕਾਨੂੰਨ ਬਣਾ ਸਕਦੇ ਆ, ਤਾਂ ਉਦਾਂ ਦੇ ਨੁਮਾਇੰਦਿਆਂ ਨੂੰ ਚੁਣਿਆ ਜਾ ਸਕਦਾ ਹੈ। ਸੋ ਕਹਿਣ ਦਾ ਮਤਲਬ ਹੈ ਕਿ ਤੀਸਰਾ ਫਰੰਟ ਜਿਹੜੀ ਹੈਗੀ ਹੈ, ਉਹਦੀਆਂ ਸੰਭਾਵਨਾਵਾਂ ਵੀ ਬਹੁਤ ਪੈਦਾ ਹੋ ਚੁੱਕੀਆਂ ਨੇ ਪੰਜਾਬ ਦੇ ਵਿੱਚ। ਇਸ ਕਰਕੇ ਦੋ ਗੱਲਾਂ ਇਸ ਵੇਲੇ ਹੋ ਸਕਦੀਆਂ ਨੇ ਕਿ ਜਾਂ ਤਾਂ ਇੰਤਜ਼ਾਰ ਕਰੋ ਕਿ ਜਿੰਨੀ ਦੇਰ ਇਹ 3 ਕਾਲੇ ਕਾਨੂੰਨ ਮੋਦੀ ਸਾਹਿਬ ਵਾਪਸ ਨਹੀਂ ਲੈਂਦੇ, ਜਾਂ ਫਿਰ ਜਿਹੜੀਆਂ ਨੇ ਆਪਣੀ ਪਾਰਟੀ ਬਣਾ ਕੇ ਤੁਸੀਂ ਦੇਖੋਗੇ ਕਿ ਉਹਦੇ ਲਈ ਚੰਗੇ ਨੁਮਾਇੰਦੇ, ਤੀਸਰਾ ਫਰੰਟ ਜਿਹੜਾ ਹੈਗਾ ਉਹ ਅੱਗੇ ਲੈ ਕੇ ਆਓ। ਇਹ ਦੋਨੇ ਸੰਭਾਵਨਾਵਾਂ ਬਚਦੀਆਂ ਨੇ ਪੰਗੂ ਸਾਹਿਬ। ਡਾਕਟਰ ਸਾਹਿਬ, ਜਦੋਂ ਪੰਜਾਬ ਦੇ ਸਿਆਸੀ ਇਤਿਹਾਸ ਤੇ ਨਿਗਾਹ ਮਾਰਦੇ ਆ ਨਾ, ਤਾਂ ਜੋ ਮੁੱਖ ਪਾਰਟੀਆਂ ਨੇ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਪਾਰਟੀ, ਇਹਨਾਂ ਪਾਰਟੀਆਂ ਨੂੰ ਹੀ ਪੰਜਾਬ ਵਾਸੀਆਂ ਨੇ ਮੌਕਾ ਦਿੱਤਾ। ਤੁਹਾਨੂੰ ਕੀ ਲੱਗਦਾ ਕਿ ਅੱਜ ਦੇ ਹਾਲਾਤ ਕੀ ਨੇ? ਜੇਕਰ ਕਿਸਾਨੀ ਅੰਦੋਲਨ ਦੇ ਵਿੱਚੋਂ, ਜਿਵੇਂ ਗੁਰਨਾਮ ਸਿੰਘ ਚੁੰਨੀ ਹੋਰੀ ਕਹਿੰਦੇ ਨੇ ਕਿ ਵੀ ਮਿਸ਼ਨ ਪੰਜਾਬ ਚਲਾਓ ਤੇ ਇਹਨਾਂ ਦਾ ਸਫਾਇਆ ਕਰੋ, ਕੀ ਲੱਗਦਾ ਕਿ ਜੋ ਅੱਜ ਦੇ ਹਾਲਾਤ ਨੇ ਪਿਛਲੇ ਹਾਲਾਤਾਂ ਦੇ ਮੁਕਾਬਲੇ,
ਕਿ ਪੰਜਾਬ ਦੇ ਲੋਕ ਅੱਜ ਐਕਸੈਪਟ ਕਰਨ ਲਈ ਤਿਆਰ ਨੇ ਰਵਾਇਤੀ ਪਾਰਟੀਆਂ ਨੂੰ ਪਿੱਛੇ ਛੱਡ ਕੇ ਕਿਸੇ ਨਵੇਂ ਬਦਲਾਅ ਨੂੰ? ਬਿਲਕੁਲ, ਅੱਜ ਬਿਲਕੁਲ ਤਿਆਰ ਬੈਠੇ ਨੇ। ਮੈਂ ਉਹੀ ਗੱਲ ਕਹਿ ਰਿਹਾ ਕਿ ਲਗਭਗ ਜਿਹੜੀ ਸਥਿਤੀ ਹੈ 17 ਵਾਲੀ ਉਹ ਅੱਜ ਨਹੀਂ ਹੈ, ਬਿਲਕੁਲ ਬਦਲ ਚੁੱਕੀ ਹੈ ਸਥਿਤੀ। ਉਸ ਵੇਲੇ ਲੋਕਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਕਾਂਗਰਸ ਕੈਪਟਨ ਸਾਹਿਬ ਦੀ ਰਹਿਨੁਮਾਈ ਦੇ ਵਿੱਚ ਕੋਈ ਵਧੀਆ ਕੰਮ ਕਰਕੇ ਜਾਏਗੀ, ਵੱਡੇ-ਵੱਡੇ ਵਾਅਦੇ। ਤੁਹਾਨੂੰ ਵੀ ਯਾਦ ਹੈ, ਦਰਸ਼ਕਾਂ ਨੂੰ ਵੀ ਯਾਦ ਹੋਏਗਾ ਕਿ ਉਹਨਾਂ ਨੇ ਏਡੇ-ਏਡੇ ਵਾਅਦੇ ਕਰਤੇ। ਮੈਨੂੰ ਲੱਗਦਾ ਕਿ ਅੱਜ ਤੱਕ ਪੰਜਾਬ ਦੇ ਇਤਿਹਾਸ 'ਚ ਏਡੇ-ਏਡੇ ਵਾਅਦੇ ਕਿਸੇ ਨੇ ਪਹਿਲਾਂ ਕੀਤੇ ਨਹੀਂ ਸੀਗੇ। ਚਾਹੇ ਘਰ-ਘਰ ਨੌਕਰੀ ਦਾ ਵਾਅਦਾ ਹੋਵੇ, ਚਾਹੇ ਕਿਸਾਨਾਂ ਦੀ ਕਰਜ਼ ਮਾਫੀ ਦਾ ਵਾਅਦਾ ਹੋਵੇ, ਚਾਹੇ ਨਸ਼ਿਆਂ ਨੂੰ ਖਤਮ ਕਰਨ ਦਾ ਵਾਅਦਾ ਹੋਵੇ, ਚਾਹੇ ਮਾਫੀਏ ਨੂੰ ਖਤਮ ਕਰਨ ਦਾ ਵਾਅਦਾ ਹੋਵੇ। ਸੋ ਕਹਿਣ ਦਾ ਮਤਲਬ ਹੈ ਕਿ ਏਡੇ ਏਡੇ ਵਾਅਦੇ ਉਹਨਾਂ ਨੇ ਕੀਤੇ ਸੀਗੇ, ਪਰ ਉਹਦੇ ਚੋਂ ਨਿਕਲਿਆ ਕੱਖ ਨਹੀਂ। ਇਸੇ ਇਹਦਾ ਨਤੀਜਾ ਕੀ ਨਿਕਲਿਆ ਕਿ ਇਹਨਾਂ ਰਵਾਇਤੀ ਪਾਰਟੀਆਂ ਤੋਂ ਪੰਜਾਬ ਦੇ ਲੋਕਾਂ ਦਾ, ਕਿਸਾਨਾਂ ਦਾ, ਮਜ਼ਦੂਰਾਂ ਦਾ ਜੋ ਭਰੋਸਾ ਸੀਗਾ ਉਹ ਉੱਠ ਗਿਆ। ਅੱਜ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹਰ ਚਾਹੇ ਕੋਈ ਵੀ ਪਾਰਟੀ ਦਾ ਨੁਮਾਇੰਦਾ ਹੈ, ਚਾਹੇ ਉਹ ਨਵਜੋਤ ਸਿੰਘ ਸਿੱਧੂ ਜੀ ਨੇ, ਚਾਹੇ ਉਹ ਕੈਪਟਨ ਸਾਹਿਬ ਕਿਸੇ ਵੇਲੇ ਮੁੱਖ ਮੰਤਰੀ ਸੀਗੇ, ਚਾਹੇ ਉਹ ਹੋਰ ਕੋਈ ਮੰਤਰੀ ਨੇ ਜਾਂ ਕੋਈ ਹੋਰ ਐਮਐਲਏ ਸਾਹਿਬਾਨ ਨੇ, ਉਹਨਾਂ ਨੂੰ ਸਵਾਲ ਪੁੱਛੇ ਜਾ ਰਹੇ ਨੇ। ਔਰ ਇਸੇ ਲਈ ਸਵਾਲ ਪੁੱਛੇ ਜਾ ਰਹੇ ਨੇ ਕਿ ਇਹੀ ਕਾਰਨ ਉਹ ਪੁੱਛ ਰਹੇ ਨੇ ਕਿਸਾਨ ਕਿ ਤੁਸੀਂ ਦੱਸੋ ਸਾਡੇ ਲਈ ਹੁਣ ਤੱਕ ਕੀਤਾ ਕੀ ਹੈ। ਸੋ ਅੱਜ ਕਿਸਾਨ ਦੀ ਜੇ ਇਹ ਦੁਰਦਸ਼ਾ ਹੋਈ ਹੈ, ਕਿਸਾਨ ਖੁਦਕੁਸ਼ੀ ਕਰਨ ਦੇ ਲਈ ਮਜਬੂਰ ਹੈ, ਕਿਸਾਨ ਕਰਜ਼ਾ ਚੜਾਉਣ ਲਈ ਮਜਬੂਰ ਹੈ, ਤਾਂ ਉਹ ਕਿਉਂ ਹੋਇਆ? ਉਹਨਾਂ ਦੇ ਲਈ ਤੁਸੀਂ ਕੀ ਕੀਤਾ? ਸੋ ਇਹ ਸਵਾਲ ਜਿਹੜੇ ਨੇ ਰਵਾਇਤੀ ਪਾਰਟੀਆਂ ਤੋਂ ਪੁੱਛੇ ਜਾ ਰਹੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਚਾਹੇ ਇਹਦੇ ਵਿੱਚ ਕੋਈ ਵੀ ਪਾਰਟੀਆਂ ਨੇ, ਅਕਾਲੀ ਦਲ, ਬੀਜੇਪੀ, ਬਸਪਾ, ਕਾਂਗਰਸ, ਆਮ ਆਦਮੀ ਪਾਰਟੀ ਤੋਂ ਵੀ ਜਿਹੜੇ ਨੇ ਸਵਾਲ ਪੁੱਛੇ ਜਾ ਰਹੇ ਨੇ। ਸੋ ਮੇਰਾ ਮਤਲਬ ਕਹਿਣ ਦਾ ਹੈ ਕਿ ਹੁਣ ਵਿਕਲਪ ਇੱਕੋ ਹੀ ਬਣਦਾ ਕਿਸਾਨਾਂ ਦੇ ਕੋਲ ਕਿ ਉਹਨਾਂ ਨੂੰ ਆਪਣੇ ਨੁਮਾਇੰਦੇ ਚੁਣਨੇ ਪੈਣਗੇ। ਉਹ ਨੁਮਾਇੰਦੇ ਚੁਣਨੇ ਪੈਣਗੇ ਜਿਹੜੇ ਕਿਸਾਨਾਂ ਦੇ ਹੱਕ 'ਚ ਖੜਦੇ ਆ। ਔਰ ਕਹਿਣ ਦਾ ਮਤਲਬ ਹੈ ਕਿ ਪਾਰਟੀਬਾਜ਼ੀ ਤੋਂ, ਇਹਨਾਂ ਰਵਾਇਤੀ ਪਾਰਟੀਆਂ ਤੋਂ ਤੁਹਾਨੂੰ ਉੱਪਰ ਉੱਠਣਾ ਪਏਗਾ। ਇਹਨਾਂ ਰਵਾਇਤੀ ਪਾਰਟੀਆਂ ਦੇ ਜਾਲ 'ਚ ਤੁਹਾਨੂੰ ਨਹੀਂ ਫਸਣਾ ਚਾਹੀਦਾ। ਔਰ ਇਹਨਾਂ ਦੀ ਬਜਾਏ ਤੁਸੀਂ ਉਹ ਬੰਦੇ ਚੁਣੋ ਜਿਹੜੇ ਸੱਚੀ ਮੁੱਚੀ ਪੰਜਾਬ ਦੇ ਲੋਕਾਂ ਦੀ ਨਬਜ਼ ਪਛਾਣਦੇ ਹੋਣ, ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੇ ਹੋਣ। ਉਹ ਨੁਮਾਇੰਦੇ, ਯਾਨੀ ਕਿ ਤੀਸਰਾ ਬਦਲ ਲਿਆਉਣ ਦੀ ਲੋੜ ਹੈ। ਔਰ ਪੰਜਾਬ ਇਸ ਵੇਲੇ ਤੀਸਰੇ ਬਦਲ ਲਈ ਬਿਲਕੁਲ ਤਿਆਰ ਨਜ਼ਰ ਆ ਰਿਹਾ ਪੰਗੂ ਸਾਹਿਬ। ਡਾਕਟਰ ਸਾਹਿਬ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਕਿਸਾਨੀ ਅੰਦੋਲਨ ਦੇ ਵਿੱਚੋਂ ਵੀ ਸਿਆਸਤ ਵੱਲ ਰੁਖ ਹੋਣਾ ਬਣਦਾ, ਤਾਂ ਇੱਕ ਤੁਸੀਂ ਮੰਨ ਲਓ ਕਿ ਜੇਕਰ ਏਦਾਂ ਹੋ ਜਾਂਦਾ, ਆਹ ਸਭ ਬਣ ਜਾਂਦਾ, ਫਿਰ ਜੋ ਆਮ ਘਰਾਂ ਦੇ ਕਿਸਾਨ ਨੇ ਜਦੋਂ ਵਿਧਾਨ ਸਭਾ ਦੇ ਵਿੱਚ ਬੈਠਣਗੇ ਉਹ, ਤਾਂ ਫਿਰ ਤੁਹਾਨੂੰ ਕੀ ਲੱਗਦਾ ਕਿ ਵੀ ਪੰਜਾਬ ਦੀ ਤਸਵੀਰ, ਖਾਸ ਕਰਕੇ ਖੇਤੀ ਦੀ ਤਸਵੀਰ, ਕਿਸਾਨੀ ਦੀ ਤਸਵੀਰ ਕਿੱਥੋਂ ਕੁ ਤੱਕ ਬਦਲ ਸਕਦੀ ਹੈ? ਇਹਦੇ ਲਈ ਦੇਖੋ, ਜੇਕਰ ਕਿਸਾਨੀ ਦੇ ਨੁਮਾਇੰਦੇ, ਮਜ਼ਦੂਰਾਂ ਦੇ ਨੁਮਾਇੰਦੇ ਵਿਧਾਨ ਸਭਾ ਦੇ ਵਿੱਚ ਬੈਠਦੇ ਨੇ ਤਾਂ ਬਹੁਤ ਵੱਡੇ ਬਦਲਾਅ ਆ ਸਕਦੇ ਨੇ। ਉਹ ਕਿਹੜੇ ਬਦਲਾਅ ਆ ਸਕਦੇ ਨੇ? ਪਹਿਲੀ ਗੱਲ ਕਿ ਸਾਨੂੰ ਕਿਸਾਨੀ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ 80-85% ਛੋਟੀ ਔਰ ਦਰਮਿਆਨੀ ਕਿਸਾਨੀ ਆ ਪੰਜਾਬ ਦੀ। ਜੇ ਆਪਾਂ ਗੱਲ ਕਰਦੇ ਹਾਂ ਤਾਂ ਉਹਨਾਂ ਦਾ ਸੰਕਟ ਕੀ ਹੈ? ਉਹਨਾਂ ਦਾ ਸੰਕਟ ਇਸ ਵੇਲੇ ਇਹ ਸੰਕਟ ਹੈ ਕਿ ਇੱਕ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜੀ ਹੈਗੀ ਹੈ ਕੀਮਤਾਂ ਦੇ ਉੱਤੇ, ਚਾਹੇ ਉਹ ਖਾਦਾਂ ਹੋਣ, ਚਾਹੇ ਮਸ਼ੀਨਰੀ ਹੋਵੇ, ਉਹ ਉਹਨਾਂ ਨੂੰ ਖਰੀਦਣੀ ਪੈਂਦੀ ਹੈ। ਔਰ ਇਸ ਤੋਂ ਇਲਾਵਾ ਉਹਨਾਂ ਨੂੰ ਜਿਹੜਾ ਫਸਲ ਦਾ ਜੋ ਰੇਟ ਹੈ ਉਹ ਬਹੁਤ ਘੱਟ ਮਿਲਦਾ ਹੈ। ਇੱਕ ਤਾਂ ਪਹਿਲੀ ਗੱਲ ਹੈ ਕਿ ਇਹਦੇ ਵਿੱਚ ਉਹਨਾਂ ਨੂੰ ਰੇਟ ਸਹੀ ਮਿਲਣਾ ਚਾਹੀਦਾ ਹੈ, ਪ੍ਰੋਪਰ ਫਸਲ ਦਾ। ਉਹਨਾਂ ਦੀਆਂ ਫਸਲਾਂ ਚੱਕੀਆਂ ਜਾਣੀਆਂ ਚਾਹੀਦੀਆਂ ਨੇ। ਖਾਸ ਤੌਰ ਤੇ ਜਿਹੜਾ ਦੋ ਫਸਲੀ ਚੱਕਰ ਦੇ ਵਿੱਚ ਕਿਸਾਨਾਂ ਨੂੰ ਉਲਝਾਇਆ ਹੋਇਆ ਹੈ, ਝੋਨਾ ਔਰ ਕਣਕ ਦੇ ਵਿੱਚ, ਉਹਦੇ ਤੋਂ ਉਹਨਾਂ ਨੂੰ ਛੁਟਕਾਰਾ ਮਿਲ ਸਕਦਾ ਹੈ। ਦੂਸਰੀਆਂ ਜਿਹੜੀਆਂ 22-23 ਫਸਲਾਂ ਨੇ ਉਹਨਾਂ ਦੇ ਉੱਤੇ MSP ਲਾ ਕੇ ਬਕਾਇਦਾ ਤੌਰ ਤੇ ਉਹਨਾਂ ਦੀਆਂ ਫਸਲਾਂ ਚੱਕੀਆਂ ਜਾ ਸਕਦੀਆਂ ਨੇ। ਸੋ ਇਸ ਕਰਕੇ ਉਹਨਾਂ ਨੂੰ ਝੋਨੇ ਔਰ ਕਣਕ ਤੋਂ ਜਿਹੜਾ ਹੈਗਾ ਛੁਟਕਾਰਾ ਦੇ ਕੇ ਨਵੀਆਂ ਫਸਲਾਂ ਵੱਲ ਪ੍ਰੇਰਿਆ ਜਾ ਸਕਦਾ ਹੈ। ਪਹਿਲੀ ਗੱਲ ਤਾਂ ਇਹ ਹੈ। ਦੂਜੀ ਗੱਲ ਇਹ ਹੈ ਕਿ ਜੇਕਰ ਇਹ ਕੋਆਪਰੇਟਿਵ ਖੇਤੀ ਵੱਲ ਮੁੜਦੇ ਹੈ ਸਾਡੇ ਪੰਜਾਬ ਦੇ ਕਿਸਾਨ, ਕੋਆਪਰੇਟਿਵ ਖੇਤੀ ਦਾ ਮਤਲਬ ਇਹੀ ਹੈ ਕਿ ਵੱਖ-ਵੱਖ, ਜੇ ਚਾਹੇ ਉਹ 2 ਕਿੱਲਿਆਂ ਵਾਲਾ ਕਿਸਾਨ ਹੈ, ਚਾਹੇ ਉਹ 1 ਏਕੜ ਵਾਲਾ ਕਿਸਾਨ ਹੈ, ਚਾਹੇ 5 ਏਕੜ, ਚਾਹੇ 10 ਏਕੜ ਤੱਕ, ਉਹਨਾਂ ਨੂੰ ਸਾਂਝੇ ਤੌਰ ਤੇ ਸੰਦ ਖਰੀਦਣੇ ਚਾਹੀਦੇ ਆ। ਸਾਂਝੇ ਤੌਰ ਤੇ ਟਰੈਕਟਰ ਹੋਣ, ਸਾਂਝੇ ਤੌਰ ਤੇ ਮੋਟਰਾਂ ਲੱਗੀਆਂ ਹੋਣ। ਔਰ ਉਹਦੇ ਨਾਲ ਕੀ ਹੋਏਗਾ ਕਿ ਮਸ਼ੀਨਰੀ ਦਾ ਖਰਚਾ ਬਿਲਕੁਲ ਇੱਕਦਮ ਬਹੁਤ ਘਟ ਜਾਏਗਾ ਔਰ ਉਹਦੇ ਨਾਲ ਉਹਨਾਂ ਦੀ ਆਮਦਨ ਵਧੇਗੀ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਕੋਆਪਰੇਟਿਵ ਖੇਤੀ ਦਾ ਮਾਡਲ, ਜਿਵੇਂ ਅਮੂਲ ਵਾਲੇ ਗੁਜਰਾਤ ਦੇ ਵਿੱਚ ਉਹਨਾਂ ਨੇ ਦੁੱਧ ਦੀ ਜਿਹੜੀ ਹੈਗੀ ਹੈ, ਦੁੱਧ ਦੇ ਉੱਤੇ ਆਪਣਾ ਇਹ ਪ੍ਰਯੋਗ ਕੀਤਾ ਸੀਗਾ ਔਰ ਬਹੁਤ ਕਾਮਯਾਬ ਪ੍ਰਯੋਗ ਸੀਗਾ। ਐਕਸਪੈਰੀਮੈਂਟ ਸਾਨੂੰ ਇਦਾਂ ਦੇ ਕਰਨੇ ਚਾਹੀਦੇ ਆ ਕਿ ਸਾਨੂੰ ਕੋਆਪਰੇਟਿਵ ਖੇਤੀ ਵੱਲ ਜਿਹੜਾ ਹੈਗਾ ਉਸ ਨੂੰ ਮੁੜਨਾ ਪਏਗਾ।
ਜਿਹੜਾ ਕਿ ਇਸ ਵੇਲੇ ਕੀ ਹੋ ਰਿਹਾ ਹੈ, ਇਸ ਵੇਲੇ ਕਾਰਪੋਰੇਟ ਖੇਤੀ ਦਾ ਮਾਡਲ ਸਾਡੇ ਉੱਤੇ ਥੋਪਿਆ ਜਾ ਰਿਹਾ ਹੈ। ਮੈਂ ਕਹਿਣਾ ਚਾਹੁੰਦਾ ਕਾਰਪੋਰੇਟ ਖੇਤੀ ਦਾ ਮਾਡਲ ਬਿਲਕੁਲ ਪੂਰੀ ਦੁਨੀਆ ਦੇ ਵਿੱਚ ਫੇਲ ਹੋ ਚੁੱਕਿਆ ਹੈ। ਇਸ ਕਰਕੇ ਕੋਆਪਰੇਟਿਵ ਖੇਤੀ ਜਿਹੜੀ ਜਿੰਨੀ ਦੇਰ ਆਪਾਂ ਨਹੀਂ ਕਰਾਂਗੇ ਔਰ ਕੁਦਰਤੀ ਖੇਤੀ ਵੱਲ ਨਹੀਂ ਮੁੜਾਂਗੇ ਤਾਂ ਉਨੀ ਦੇਰ ਪੰਜਾਬ ਦੇ ਲੋਕਾਂ ਦਾ ਭਲਾ ਨਹੀਂ ਹੈ। ਕੁਦਰਤੀ ਖੇਤੀ ਦਾ ਮਤਲਬ ਹੈ ਕਿ ਇਹ 2 ਫਸਲੀ ਚੱਕਰ ਤੋਂ ਛੁਟਕਾਰਾ, ਔਰ ਉਹਦੇ ਨਾਲ ਸਾਡਾ ਪਾਣੀ ਦਾ ਪੱਧਰ ਵੀ ਉੱਚਾ ਜਾਏਗਾ। ਸਾਡੀਆਂ ਜ਼ਮੀਨਾਂ ਦੇ ਵਿੱਚ, ਸਾਡੀਆਂ ਫਸਲਾਂ ਦੇ ਵਿੱਚ ਜਿਹੜੀਆਂ ਜ਼ਹਿਰਾਂ ਮਿਲ ਰਹੀਆਂ ਨੇ, ਤੁਸੀਂ ਦੇਖਿਆ ਹੋਏਗਾ ਕਿ ਹੁਣ ਮੰਨ ਲਓ ਸੁੰਡੀ ਆ ਗਈ, ਹੁਣ ਗੁਲਾਬੀ ਸੁੰਡੀ ਆ ਗਈ ਸਾਡੇ ਕਪਾਹ ਦੇ ਉੱਤੇ, ਨਰਮੇ ਦੇ ਉੱਤੇ, ਤਾਂ ਇਹ ਜਿਹੜਾ ਹੈਗਾ ਇਹਨੂੰ ਖਤਮ ਕਰਨ ਦੇ ਲਈ ਛਿੜਕਾਅ ਜ਼ਰੂਰੀ ਹੈ। ਸੋ ਜੇਕਰ ਇਹਨਾਂ ਦੀ ਥਾਂ ਦੇ ਉੱਤੇ ਅਸੀਂ ਦੂਸਰੀਆਂ ਫਸਲਾਂ ਨੂੰ ਵੀ ਲੈ ਕੇ ਆਵਾਂਗੇ ਔਰ ਉਹਨਾਂ ਨੂੰ ਚੰਗਾ ਮਾਰਕੀਟ ਰੇਟ ਮਿਲੇਗਾ ਤਾਂ ਲਾਜ਼ਮੀ ਤੌਰ ਤੇ ਸਾਡਾ ਕਿਸਾਨ ਜਿਹੜਾ ਹੈਗਾ ਉਹਨਾਂ ਫਸਲਾਂ ਵੱਲ ਜਾਏਗਾ ਔਰ ਕਿਸਾਨ ਅਮੀਰ ਹੋਏਗਾ। ਸੋ ਇਹ ਇਸੇ ਕਰਕੇ ਤੀਸਰੀ ਗੱਲ ਜਿਹੜੀ ਸਾਨੂੰ ਲੋੜ ਪਏਗੀ ਉਹ ਹੈ ਕਿ ਐਗਰੋ ਬੇਸਡ ਇੰਡਸਟਰੀ। ਪੰਜਾਬ ਦੇ ਵਿੱਚ ਜਿੰਨੀ ਦੇਰ ਐਗਰੋ ਬੇਸਡ ਇੰਡਸਟਰੀ ਡਿਵੈਲਪ ਨਹੀਂ ਹੁੰਦੀ ਉਨੀ ਦੇਰ ਪੰਜਾਬ ਦੇ ਲੋਕਾਂ ਕੋਲ ਰੁਜ਼ਗਾਰ ਨਹੀਂ ਮਿਲ ਸਕਦਾ। ਸੋ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ, ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਲਈ ਐਗਰੋ ਬੇਸਡ ਇੰਡਸਟਰੀ ਸਾਨੂੰ ਲਾਉਣੀ ਪਏਗੀ। ਸਾਡੇ ਇੱਥੇ ਕਿੰਨੂ ਬਹੁਤ ਵਧੀਆ ਹੁੰਦਾ ਹੈ। ਸਾਡੇ ਮੈਨੂੰ ਲੱਗਦਾ ਕਿ ਕੋਈ ਐਸਾ ਪਲਾਂਟ ਨਹੀਂ ਹੈ, ਅਮਰੂਦ ਨੇ, ਸਾਡੇ ਬੇਰ ਨੇ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਫਲਾਂ ਨੂੰ ਇੱਥੇ ਪ੍ਰੋਡਿਊਸ ਕਰ ਸਕਦੇ ਹਾਂ, ਇੱਥੇ ਉਗਾ ਸਕਦੇ ਹਾਂ। ਬਹੁਤ ਸਾਰੀਆਂ ਸਬਜ਼ੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਉਗ ਸਕਦੀਆਂ ਨੇ। ਸੋ ਕਹਿਣ ਦਾ ਮਤਲਬ ਹੈ ਕਿ ਜੇਕਰ ਉਹਨਾਂ ਨੂੰ ਬੇਸ ਬਣਾ ਕੇ ਉਹ ਛੋਟੀ ਸਮਾਲ ਇੰਡਸਟਰੀ ਡਿਵੈਲਪ ਕਰ ਲਾਂਗੇ ਤਾਂ ਲਾਜ਼ਮੀ ਤੌਰ ਤੇ ਪੰਜਾਬ ਦਾ ਕਿਸਾਨ ਜਿਹੜਾ ਹੈਗਾ ਬਹੁਤ ਅਮੀਰ ਹੋ ਸਕਦਾ ਹੈ। ਔਰ ਇੱਥੇ ਜਿਹੜੀ ਕੈਂਸਰ ਦੀ ਬੈਲਟ ਬਣ ਚੁੱਕੀ ਹੈ ਮਾਲਵਾ, ਔਰ ਤੁਸੀਂ ਦੇਖਿਆ ਹੋਵੇਗਾ ਕਿ ਲੱਖਾਂ ਲੋਕ ਸਾਡੇ ਕੈਂਸਰ ਕਰਕੇ ਜਿਹੜੇ ਨੇ ਉਹ ਬਿਮਾਰ ਪਏ ਨੇ ਔਰ ਮਾਰੇ ਜਾ ਰਹੇ ਨੇ, ਤਾਂ ਉਹਦੇ ਤੋਂ ਵੀ ਛੁਟਕਾਰਾ ਹੋ ਸਕਦਾ ਹੈ, ਬਿਮਾਰੀਆਂ ਤੋਂ ਛੁਟਕਾਰਾ ਹੋ ਸਕਦਾ ਹੈ। ਸ਼ੁੱਧ ਪਾਣੀ ਜਿਹੜਾ ਅਸੀਂ ਪੀਣ ਤੋਂ ਵਾਂਝੇ ਰਹਿ ਗਏ ਆ ਜਿਹੜਾ ਹੈਗਾ, ਇਸ ਕਰਕੇ ਪਾਣੀ ਦੀ ਸ਼ੁੱਧਤਾ ਸਾਨੂੰ ਮਿਲ ਸਕਦੀ ਹੈ, ਹਵਾ ਦੀ ਸ਼ੁੱਧਤਾ ਮਿਲ ਸਕਦੀ ਹੈ। ਉਹ ਤਾਂ ਹੀ ਮਿਲੇਗੀ ਜੇਕਰ ਕੋਆਪਰੇਟਿਵ ਖੇਤੀ ਦਾ ਮਾਡਲ ਅਸੀਂ ਲਾਗੂ ਕਰਾਂਗੇ। ਔਰ ਜੇਕਰ ਉਹ ਤਾਂ ਹੋਏਗਾ ਜੇਕਰ ਸਾਡੀਆਂ ਸਰਕਾਰਾਂ, ਸਾਡੀਆਂ ਆਪਣੀਆਂ ਸਰਕਾਰਾਂ ਹੋਣਗੀਆਂ, ਕਿਸਾਨਾਂ ਦੀਆਂ ਸਰਕਾਰਾਂ ਹੋਣਗੀਆਂ, ਮਜ਼ਦੂਰਾਂ ਦੇ ਨੁਮਾਇੰਦੇ ਉਹਦੇ 'ਚ ਸ਼ਾਮਲ ਹੋਣਗੇ, ਤਾਂ ਹੀ ਇਹ ਸਾਰਾ ਜਿਹੜਾ ਕੁਝ ਹੈ ਇਹ ਸੰਭਵ ਹੋ ਸਕਦਾ ਹੈ। ਪੰਗੂ ਸਾਹਿਬ ਜੀ ਬਿਲਕੁਲ ਡਾਕਟਰ ਸਾਹਿਬ, ਬੜੇ ਹੀ ਤੁਸੀਂ ਡੂੰਘਾਈ ਦੇ ਵਿੱਚ ਜਾ ਕੇ ਬੜੇ ਹੀ ਬਾਖੂਬੀ ਤਰੀਕੇ ਦੇ ਨਾਲ ਸਭ ਕੁਝ ਬਿਆਨ ਕੀਤਾ। ਦਰਸ਼ਕਾਂ ਨੂੰ ਬੜੇ ਸਰਲ ਤੇ ਸੌਖੇ ਭਾਸ਼ਾ ਦੇ ਵਿੱਚ ਇਹ ਸਭ ਗੱਲਾਂ ਸਮਝ ਆਉਣਗੀਆਂ ਤੇ ਸਮਝ ਕੇ ਜ਼ਰੂਰ ਲਾਗੂ ਵੀ ਕਰਨਗੇ। ਜੇ ਤੁਸੀਂ ਕਿਹਾ ਕਿ ਸੰਦ ਸਾਂਝੇ ਖਰੀਦੋ, ਪਾਣੀ ਦਾ ਇੰਤਜ਼ਾਮ ਸਾਂਝਾ ਕਰੋ ਤਾਂ ਕਿਸਾਨੀ ਬਚ ਪਾਊਗੀ, ਤੁਸੀਂ ਬੜੀ ਹੀ ਨਿਵੇਕਲੀ ਗੱਲਾਂ ਦੱਸੀਆਂ। ਡਾਕਟਰ ਸਾਹਿਬ, ਗੱਲਬਾਤ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਦਰਸ਼ਕੋ, ਸਾਡੇ ਨਾਲ ਜੁੜੇ ਹੋਏ ਸੀ ਉੱਘੇ ਸਿਆਸੀ ਮਾਹਿਰ ਡਾਕਟਰ ਭੀਮਿੰਦਰ ਸਿੰਘ। ਖੇਤੀ ਨੂੰ ਲੈ ਕੇ ਤੁਹਾਡੇ ਨਾਲ ਅਨਮੋਲ ਗੱਲਾਂ ਸਾਂਝੀਆਂ ਕੀਤੀਆਂ। ਪੰਜਾਬ ਦੀ ਸਿਆਸਤ ਨੂੰ ਕਿਸਾਨੀ ਅੰਦੋਲਨ ਕਿਵੇਂ ਪ੍ਰਭਾਵਿਤ ਕਰੂਗਾ, ਕਿਸਾਨੀ ਅੰਦੋਲਨ ਪੰਜਾਬ ਦੀ ਸਿਆਸਤ ਨੂੰ ਮੁੱਖ ਰੱਖ ਕੇ ਅੱਗੇ ਕਿਵੇਂ ਵੱਧ ਸਕਦਾ, ਇਸ ਮਸਲੇ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕੀਤੀ। ਤੁਹਾਨੂੰ ਦਰਸ਼ਕੋ ਸਾਡਾ ਇਹ ਪ੍ਰੋਗਰਾਮ ਕਿਹੋ ਜਿਹਾ ਲੱਗਿਆ, ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਣ ਚੈਨਲ ਪੰਜਾਬੀ ਤੇ।